ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰਾ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ। ਉਹ ਹੈ 9th ਕਲਾਸ ਦਾ ਇੱਕ ਲੇਖ ਜਾਂ ਨਿਬੰਧ ਹੈ ਜਿਸ ਦਾ ਕਿ ਨਾਮ ਹੈ ਚੱਲ ਮੇਰੀ ਗਠੜੀ ਸ਼ਹਿਰੋਂ ਸ਼ਹਿਰ। ਚੱਲ ਮੇਰੀ ਗਠੜੀ ਸ਼ਹਿਰੋਂ ਸ਼ਹਿਰ, ਜੋ ਕਿ ਲਿਖਿਆ ਕਿਸ ਦਾ ਹੋਇਆ ਹੈ? ਕੁਲਬੀਰ ਸਿੰਘ ਕਾਂਗ ਜੀ ਦਾ। ਇਸ ਲੇਖ ਵਿੱਚ ਲੇਖਕ ਨੇ ਉਹਨਾਂ ਲੋਕਾਂ ਬਾਰੇ ਦੱਸਿਆ ਹੈ ਜਿਨ੍ਹਾਂ ਨੂੰ ਘੁੰਮਣ ਫਿਰਨ ਦਾ ਸ਼ੌਕ ਰਹਿੰਦਾ ਹੈ, ਜਿਹੜੇ ਕਿ ਇੱਕ ਥਾਂ 'ਤੇ ਟਿਕ ਕੇ ਨਹੀਂ ਰਹਿ ਸਕਦੇ ਔਰ ਸਾਰਾ ਜੀਵਨ ਉਹ ਕਿਤੇ ਨਾ ਕਿਸੇ ਜਗ੍ਹਾ ਨੂੰ ਵੇਖਦੇ ਰਹਿੰਦੇ ਹਨ, ਕਿਸੇ ਨਾ ਕਿਸੇ ਜਗ੍ਹਾ 'ਤੇ ਜਾ ਕੇ ਉਸ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ, ਉਸ ਜਗ੍ਹਾ ਚੰਗੀ ਤਰ੍ਹਾਂ ਪਹਿਚਾਣਦੇ ਹਨ, ਉੱਥੋਂ ਦੇ ਲੋਕਾਂ ਬਾਰੇ ਚੰਗੀ ਤਰ੍ਹਾਂ ਪਤਾ ਕਰਦੇ ਹਨ। ਮਤਲਬ ਕਿ ਜਿਹੜੇ ਲੋਕ, ਕੁਝ ਲੋਕ ਹੁੰਦੇ ਨੇ ਕਿ ਜਿਹੜੇ ਕੀ ਕਹਿੰਦੇ ਨੇ ਕਿ ਬਸ ਠੀਕ ਹੈ, ਕਦੀ ਸਾਲ 'ਚ ਇੱਕ ਵਾਰੀ ਘੁੰਮ ਲਿਆ, 2 ਵਾਰੀ ਘੁੰਮ ਲਿਆ, ਪਰ ਇਹ ਉਹਨਾਂ ਉੱਤੇ ਹੈ, ਉਸ ਨਿਬੰਧ ਜਿਹੜਾ ਲਿਖਿਆ ਉਸ ਰੁਚੀ ਉੱਪਰ ਲਿਖਿਆ ਜਿਨ੍ਹਾਂ ਨੂੰ ਸਾਰਾ ਸਾਲ ਹੀ ਘੁੰਮਣ ਫਿਰਨ ਦਾ ਜਿਹੜਾ ਕਿ ਸ਼ੌਕ ਲੱਗਿਆ ਰਹਿੰਦਾ ਹੈ, ਉਹਨਾਂ ਦੀ ਆਦਤ ਹੈ ਘੁੰਮਣ ਫਿਰਨ ਦੀ, ਉਸ ਉੱਪਰ ਇੱਕ ਨਿਬੰਧ ਲਿਖਿਆ ਹੈ। ਸੋ ਲੇਖਕ ਦੀ ਜਿਹੜੀ ਆਪਣੀ ਜਿਹੜੀ ਰੁਚੀ ਹੈ ਘੁਮੱਕੜ ਰੁਚੀ ਹੈ। ਘੁਮੱਕੜ ਰੁਚੀ ਮਤਲਬ ਘੁੰਮਣਾ ਫਿਰਨਾ, ਜਾ ਕੇ ਜਗ੍ਹਾਵਾਂ ਬਾਰੇ ਪਤਾ ਕਰਨਾ। ਜਿਵੇਂ ਅਸੀਂ ਕਿਤਾਬਾਂ ਵਿੱਚ ਪੜ੍ਹਦੇ, ਕਦੀ ਅਸੀਂ ਕਸ਼ਮੀਰ ਬਾਰੇ ਪੜ੍ਹ ਲਿਆ, ਕਦੀ ਅਸੀਂ ਕਿਸੇ ਹੋਰ ਪ੍ਰਾਂਤ ਬਾਰੇ ਪੜ੍ਹ ਲਿਆ, ਪਰ ਕਈ ਲੋਕ ਹੁੰਦੇ ਨੇ ਜਿਹੜੇ ਆਪ ਜਾ ਕੇ ਦੇਖਦੇ ਹਨ ਕਿ ਉੱਥੋਂ ਦੀ ਜਗ੍ਹਾ ਦਾ ਮਾਹੌਲ, ਉੱਥੋਂ ਦਾ ਰਹਿਣ ਸਹਿਣ, ਉੱਥੋਂ ਦਾ ਖਾਣ ਪੀਣ ਕਿਸ ਤਰ੍ਹਾਂ ਦਾ ਹੈ। ਸੋ ਲੇਖਕ ਦੀ ਘੁਮੱਕੜ ਰੁਚੀ ਬਾਰੇ ਦੱਸਿਆ ਹੈ ਕਿ ਲੇਖਕ ਜਦੋਂ ਪਹਿਲੀ ਵਾਰੀ ਘਰੋਂ ਬਾਹਰ ਨੌਕਰੀ ਕਰਨ ਲਈ ਗਿਆ ਤਾਂ ਜਿਸ ਨਗਰ ਵਿੱਚ ਗਿਆ ਉਹ ਪੰਜਾਬ ਦਾ ਕੋਈ ਕਸਬਾ ਸੀ, ਪੰਜਾਬ ਦਾ ਕੋਈ ਇਤਿਹਾਸਿਕ ਕਸਬਾ ਸੀ ਜਿਸ ਨਗਰ ਵਿੱਚ ਉਹ ਨੌਕਰੀ ਕਰਨ ਲਈ ਗਿਆ। ਤੇ ਕਹਿੰਦਾ ਕਿ ਉਸ ਇਤਿਹਾਸਿਕ ਕਸਬੇ ਵਿੱਚ ਜਾ ਕੇ ਉਸਨੇ, ਜਦੋਂ ਉਸ ਕਸਬੇ ਵਿੱਚ ਜਾ ਕੇ ਪੁਰਾਣੇ ਖੰਡਰ, ਰਾਜੇ ਮਹਾਰਾਜਾ ਦੇ ਜਿਹੜੇ ਮਹਿਲ ਸੀ, ਜਿਹੜੇ ਕਿ ਹੁਣ ਖੰਡਰ ਹੋ ਚੁੱਕੇ ਸਨ, ਉਹਨਾਂ ਨੂੰ ਜਦੋਂ ਜਾ ਕੇ ਦੇਖਿਆ ਤੇ ਉਸਨੂੰ ਇਸ ਤਰ੍ਹਾਂ ਲੱਗਾ ਕਿ ਜਿਵੇਂ ਉਹ ਜਗ੍ਹਾ ਨੂੰ ਪਹਿਲਾਂ ਤੋਂ ਹੀ ਜਾਣਦਾ ਹੈ। ਉਸਨੂੰ ਆਪਣਾਪਨ ਜਿਹਾ ਕੋਈ ਲੱਗਾ ਉਸ ਜਗ੍ਹਾ ਨੂੰ ਦੇਖ ਕੇ। ਬਸ ਉਸ ਦਾ ਫਿਰ ਦਿਲ ਕੀਤਾ ਕਿ ਮੈਂ ਹੁਣ ਜਗ੍ਹਾ ਘੁੰਮ ਕੇ ਦੇਖਦਾ ਰਵਾਂਗਾ, ਕਿ ਹੋਰ ਜਗ੍ਹਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਰਵਾਂਗਾ। ਫਿਰ ਉਸਨੇ ਆਪਣੇ ਸਰੀਰ ਰੂਪੀ ਜਿਹੜੀ ਗਠੜੀ ਸੀ, ਸਰੀਰ ਨੂੰ ਕਹਿੰਦਾ ਕਿ ਸਰੀਰ ਨੂੰ ਲੈ ਕੇ 25 ਸਾਲਾਂ ਤੋਂ ਕਈ ਸ਼ਹਿਰਾਂ, ਕਸਬਿਆਂ, ਵੱਡੇ ਛੋਟੇ ਸ਼ਹਿਰਾਂ ਵਿੱਚ, ਵੱਡੇ ਸ਼ਹਿਰਾਂ ਵਿੱਚ, ਬਾਹਰਲੇ ਦੇਸ਼ਾਂ ਵਿੱਚ, ਸਮੁੰਦਰ, ਰੇਤਲੇ, ਮੈਦਾਨੀ ਇਲਾਕੇ ਸਾਰੇ ਉਸਨੇ ਉਹ ਘੁੰਮਦਾ ਰਿਹਾ ਤਾਂ ਜੋ ਉੱਥੋਂ ਦੇ ਲੋਕਾਂ ਬਾਰੇ ਚੰਗੀ ਤਰ੍ਹਾਂ। ਲੇਖਕ ਦੱਸਦਾ ਹੈ ਕਿ ਜਿਹੜਾ ਘਰ ਹੈ ਬੇਸ਼ੱਕ ਇੱਕ ਸੁੰਦਰ ਆਲਣਾ ਜਾਂ ਘੋਂਸਲਾ ਹੈ, ਕਿ ਠੀਕ ਹੈ ਹਰ ਕੋਈ ਘੁੰਮ ਫਿਰ ਕੇ ਆਪਣੇ ਘਰ ਵਿੱਚ ਆਉਂਦਾ ਹੈ, ਪਰ ਕਹਿੰਦਾ ਹੈ ਕਿ ਕੁਝ ਲੋਕ ਕਹਿੰਦੇ ਕਿ ਜੋ ਘੁੰਮ ਫਿਰ ਕੇ ਮਜ਼ਾ ਆਉਂਦਾ ਹੈ ਉਹ ਘਰ ਵਿੱਚ ਬਹਿ ਕੇ ਨਹੀਂ ਆਉਂਦਾ, ਕਿਉਂਕਿ ਉਸਦੀ ਰੁਚੀ ਹੈ ਘੁੰਮਣ ਫਿਰਨ ਦੀ। ਫਿਰ ਉਹ ਕਹਿੰਦਾ ਹੈ ਕਿ ਜੋ ਮਜ਼ਾ ਸਮੁੰਦਰ ਦੇ ਕਿਨਾਰੇ 'ਤੇ ਬਹਿ ਕੇ ਉਸਦੀ ਲਹਿਰਾਂ ਨੂੰ ਸੁਣ ਕੇ ਆਉਂਦਾ ਹੈ, ਉਹ ਘਰ ਵਿੱਚ ਟੀਵੀ ਵਿੱਚ ਵੇਖ ਕੇ ਸਮੁੰਦਰ ਨੂੰ ਜਿਹੜਾ ਕਿ ਨਹੀਂ ਆ ਸਕਦਾ ਹੈਗਾ। ਫਿਰ ਲੇਖਕ ਦੱਸਦਾ ਹੈ ਕਿ ਕਈ ਲੋਕਾਂ ਦੀ ਜਿਵੇਂ ਨੌਕਰੀ ਲੱਗ ਜਾਂਦੀ, ਚਾਹੇ ਸਰਕਾਰੀ ਚਾਹੇ ਪ੍ਰਾਈਵੇਟ ਨੌਕਰੀ ਲੱਗ ਜਾਂਦੀ ਹੈ, ਉਹ 30-35 ਸਾਲ ਨੌਕਰੀ ਕਰਦੇ ਰਹਿੰਦੇ ਹਨ। ਸਵੇਰੇ ਆਪਣੀ ਨੌਕਰੀ 'ਤੇ ਗਏ, ਸ਼ਾਮੀ ਘਰ ਆਏ, ਘਰ ਦਾ ਜਿਹੜਾ ਕੰਮ ਸੀ ਉਹ ਕੀਤਾ, ਫਿਰ ਅਗਲੇ ਦਿਨ। ਪਰ ਕਹਿੰਦਾ ਕਿ ਉਹ ਮਜ਼ਾ ਨੌਕਰੀ, ਸਰਕਾਰੀ ਨੌਕਰੀ 30-40 ਸਾਲ ਨੌਕਰੀ ਕਰਕੇ ਨਹੀਂ ਹੈ, ਜੋ ਭੁਵਨੇਸ਼ਵਰ ਦੇ ਮੰਦਿਰਾਂ ਵਿੱਚ, ਜਿੱਥੇ ਕਿ ਉਹ ਘੁੰਮਿਆ ਖੁਦ ਵੀ, ਉੱਥੇ ਜਾ ਕੇ ਉਸਨੂੰ ਆਉਂਦਾ ਹੈ। ਯਾਨੀ ਕਿ ਉਸਦੀ ਆਪਣੀ ਰੁਚੀ ਹੈ। ਕਈ ਲੋਕਾਂ ਦੀ ਰੁਚੀ ਹੈ ਕਿ ਠੀਕ ਹੈ ਨੌਕਰੀ ਲੱਗ ਗਈ, ਆਪਣੀ ਨੌਕਰੀ ਕਰੋ, ਸਾਲ 'ਚ ਇੱਕ ਵਾਰੀ ਛੁੱਟੀਆਂ 'ਤੇ ਘੁੰਮਣ ਚਲੇ ਜਾਓ, ਬਸ ਠੀਕ ਹੈ। ਪਰ ਉਹ ਕਹਿੰਦਾ ਹੈ ਕਿ ਉਹ ਇਸ ਰੁਚੀ ਦਾ ਨਹੀਂ ਹੈ। ਉਸਦੀ ਰੁਚੀ ਕਿਹੜੀ ਹੈ ਕਿ ਬਾਰ-ਬਾਰ ਜਗ੍ਹਾ, ਅਲੱਗ-ਅਲੱਗ ਜਗ੍ਹਾ 'ਤੇ ਘੁੰਮਦੇ ਰਹਿਣਾ, ਫਿਰਦੇ ਰਹਿਣਾ, ਉਸ ਜਗ੍ਹਾ ਨੂੰ ਆਪ ਜਾ ਕੇ ਆਪਣੀ ਆਤਮਾ ਦੇ ਨਾਲ ਮਹਿਸੂਸ ਕਰਨਾ ਉਸ ਜਗ੍ਹਾ ਬਾਰੇ, ਇਹ ਉਸਦੀ ਆਪਣੀ ਰੁਚੀ। ਲੇਖਕ ਦੱਸਦਾ ਹੈ ਕਿ ਉਹ ਲੇਖਕ ਤੇ ਉਸਦਾ ਜਿਹੜਾ ਇੱਕ ਦੋਸਤ ਹੈ ਸਵਰਨ, ਉਸਦਾ ਦੋਸਤ ਹੈ, ਕਹਿੰਦੇ ਕਿ ਉਹ ਰਾਤ ਦੇ 3 ਵਜੇ ਤੱਕ ਸਮੁੰਦਰ ਦੇ ਕਿਨਾਰੇ ਬਹਿ ਕੇ ਉਸਦੀਆਂ ਜਿਹੜੀਆਂ ਛੱਲਾਂ ਆਉਂਦੀਆਂ ਹਨ, ਜਿਹੜੀਆਂ ਮਧੁਰ ਛੱਲਾਂ ਆਉਂਦੀਆਂ, ਉਹਨਾਂ ਵੱਲ ਵੇਖਦੇ ਰਹਿੰਦੇ ਹਨ। ਤੇ ਕਹਿੰਦਾ ਕਿ ਲੇਖਕ ਦੀ ਖੁਦ ਦੀ ਪਤਨੀ ਨੂੰ ਵੀ ਫਿਕਰ ਪੈ ਜਾਂਦੀ ਹੈ ਕਿ ਕਿਤੇ ਉਸਦਾ ਪਤੀ ਜਿਹੜਾ ਹੈ ਉਸਦੇ ਨਾਲ ਦੇ ਸਾਥੀ ਕਿੰਨਾ ਅੱਗੇ ਵੱਧ ਚੁੱਕੇ ਹਨ, ਉਸਦਾ ਜਿਹੜਾ ਕਿ ਪਤੀ ਹੈ ਉਹ ਪਿੱਛੇ ਨਾ ਰਹਿ ਜਾਏ ਵੀ। ਲੇਖਕ ਦੀ ਪਤਨੀ ਤੇ ਮਾਂ ਨੂੰ ਵੀ ਸਾਰੀ ਉਮਰ ਉਸ ਤੋਂ ਹੀ ਗਿਲਾ ਰਿਹਾ ਹੈ ਕਿ ਉਹ ਘਰ ਬਾਰੇ ਨਹੀਂ ਉਸਨੇ ਸੋਚਿਆ, ਸਿਰਫ ਘੁੰਮਣ ਫਿਰਨ ਬਾਰੇ ਜਿਹੜਾ ਕੀ ਹੈ ਉਹ ਸੋਚਦਾ ਰਿਹਾ। ਪਰ ਉਹ ਕਹਿੰਦਾ ਹੈ ਕਿ ਉਹ ਇਹ ਦੋਵੇਂ ਉਸਦੀ ਮਾਂ ਤੇ ਉਸਦੀ ਪਤਨੀ ਇਹ ਗੱਲ ਹੀ ਨਹੀਂ ਸਮਝਦੀਆਂ ਕਿ ਘੁੰਮਣ ਫਿਰਨ ਵਿੱਚ ਆਪਣਾ ਕਿੰਨਾ ਹੀ ਮਜ਼ਾ ਹੈ, ਕਿਉਂਕਿ ਉਸਦਾ ਆਪਣਾ ਸ਼ੌਕ ਹੈ ਲੇਖਕ ਦਾ। ਲੇਕਿਨ ਉਸਦੀ ਮਾਂ ਤੇ ਪਤਨੀ ਦਾ ਨਹੀਂ ਸ਼ੌਕ ਹੈ, ਉਹ ਚਾਹੁੰਦੇ ਹਨ ਕਿ ਉਹ ਨੌਕਰੀ ਕਰੇ, ਘਰ ਆਏ, ਸਵੇਰੇ ਜਾਏ, ਸ਼ਾਮੀ ਘਰ ਆਏ। ਪਰ ਉਸਦੀ ਆਪਣੀ ਰੁਚੀ ਕਿਹੜੀ ਹੈ ਲੇਖਕ ਦੀ? ਘੁੰਮਣ ਫਿਰਨ ਦੀ। ਘਰ ਆਵੇ ਨਾ ਆਵੇ, ਘਰ ਪਹੁੰਚੇ ਨਾ ਪਹੁੰਚੇ, ਉਸਨੂੰ ਘਰ ਬਾਰੇ ਕੋਈ ਵੀ ਅੱਛਾ ਨਹੀਂ ਲੱਗਦਾ। ਫਿਰ ਲੇਖਕ ਅੱਗੇ ਦੱਸਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਸੇ ਕਿਤਾਬ ਵਿੱਚ ਕਿਸੇ ਜਗ੍ਹਾ ਬਾਰੇ ਪੜ੍ਹਿਆ, ਤੇ ਕਿਤਾਬ 'ਚੋਂ ਪੜ੍ਹਿਆ ਕਿ ਉੱਥੋਂ ਦੇ ਲੋਕ ਇਸ ਤਰ੍ਹਾਂ ਦੇ ਖਾਂਦੇ ਪੀਂਦੇ ਹਨ, ਇਸ ਤਰ੍ਹਾਂ ਦੇ ਕੱਪੜੇ ਪਹਿਨਦੇ ਹਨ, ਕਹਿੰਦਾ ਉਹ 'ਚ ਸਵਾਦ ਨਹੀਂ ਆਉਂਦਾ, ਉਹ ਮਜ਼ਾ ਨਹੀਂ ਆਉਂਦਾ ਪੜ੍ਹ ਕੇ। ਉਹ ਸਵਾਦ ਕਹਿੰਦਾ ਅਸਲੀ ਮਜ਼ਾ ਉਦੋਂ ਆਉਂਦਾ ਜਦੋਂ ਉਸ ਜਗ੍ਹਾ 'ਤੇ ਜਾ ਕੇ ਅਸੀਂ ਆਪਣੀ ਅੱਖਾਂ ਦੇ ਨਾਲ ਦੇਖਦੇ ਹਾਂ, ਆਪ ਮਹਿਸੂਸ ਕਰਦੇ ਹਾਂ ਕਿ ਉੱਥੇ ਲੋਕ ਕਿਸ ਤਰ੍ਹਾਂ ਰਹਿੰਦੇ ਹਨ, ਉੱਥੋਂ ਦੀਆਂ ਬਿਲਡਿੰਗਾਂ ਕਿਸ ਤਰ੍ਹਾਂ ਹਨ, ਉੱਥੋਂ ਦੇ ਘਰ ਕਿਸ ਤਰ੍ਹਾਂ ਹਨ, ਉੱਥੋਂ ਦਾ ਲੋਕਾਂ ਦਾ ਸੱਭਿਆਚਾਰ ਕਿਸ ਤਰ੍ਹਾਂ ਦਾ, ਉਹ ਜਾ ਕੇ ਖੁਦ ਜਿਹੜਾ ਕਿ ਮਹਿਸੂਸ ਕਰਨਾ ਚਾਹੁੰਦਾ ਹੈ।
ਲੇਖਕ ਦੱਸਦਾ ਹੈ ਕਿ ਜਿਹੜੇ ਵਿਅਕਤੀ ਘੁੰਮਣ ਫਿਰਨ ਨਹੀਂ ਜਾਂਦੇ, ਬਾਹਰ ਨਹੀਂ ਨਿਕਲਦੇ, ਕਹਿੰਦਾ ਕਿ ਉਹ ਖੜੇ ਪਾਣੀ ਦੇ ਸਮਾਨ ਹੈ, ਜਿਸ ਵਿੱਚ ਕਹਿੰਦਾ ਕਿ ਖੜਾ ਪਾਣੀ ਇੱਕ ਜਗ੍ਹਾ ਰਹੇ ਤਾਂ ਉਸ ਵਿੱਚ ਮੱਛਰ ਵੀ ਹੋ ਜਾਣਗੇ, ਕੀਟਾਣੂ ਵੀ ਹੋ ਜਾਣਗੇ, ਬਦਬੂ ਵੀ ਆਣੀ ਸ਼ੁਰੂ ਹੋ ਜਾਏਗੀ। ਲੇਖਕ ਅਨੁਸਾਰ ਜੋ ਵਿਅਕਤੀ ਘੁੰਮਣ ਫਿਰਨ ਨਹੀਂ ਜਾਂਦੇ, ਬਾਹਰ ਹੋਰ ਜਗ੍ਹਾ ਵੇਖਣ ਨਹੀਂ ਜਾਂਦੇ, ਉਹ ਖੜੇ ਪਾਣੀ ਦੇ ਸਮਾਨ ਹਨ। ਔਰ ਜੋ ਬਾਹਰ ਘੁੰਮਦੇ ਫਿਰਦੇ ਰਹਿੰਦੇ ਹਨ, ਜਾ ਕੇ ਜਗ੍ਹਾ ਵੇਖਦੇ ਰਹਿੰਦੇ ਹਨ, ਉਹ ਜਿਹੜਾ ਚੱਲਦੇ ਪਾਣੀ ਦੇ ਸਮਾਨ ਹੈ। ਤੇ ਕਹਿੰਦੇ ਕਿ ਇਨਸਾਨ ਨੂੰ ਚੱਲਦੇ ਪਾਣੀ ਦੇ ਸਮਾਨ ਹੋਣਾ ਚਾਹੀਦਾ ਹੈ, ਨਾ ਕਿ ਖੜੇ ਪਾਣੀ ਦੇ ਸਮਾਨ। ਲੇਖਕ ਇੱਕ ਛੋਟੀ ਜਿਹੀ ਇੱਥੇ ਗੱਲ ਇੱਕ ਹੋਰ ਦੱਸਦਾ ਹੈ ਕਿ ਉਸ ਇੱਕ ਵਾਰੀ ਕਿਸੇ ਪਿੰਡ ਵਿੱਚ ਗਿਆ ਤੇ ਉਸ ਨੂੰ ਇੱਕ ਬਿਰਧ ਵਿਅਕਤੀ, ਬਜ਼ੁਰਗ ਵਿਅਕਤੀ ਮਿਲਿਆ, ਜਿਸ ਬਜ਼ੁਰਗ ਵਿਅਕਤੀ ਨੇ ਉਸਨੂੰ ਦੱਸਿਆ ਕਿ ਉਹ 65 ਸਾਲ ਤੋਂ 65 ਇਅਰਸ ਤੋਂ 65 ਸਾਲ ਤੋਂ ਜਿਹੜਾ ਬਜ਼ੁਰਗ ਵਿਅਕਤੀ ਸੀ, ਉਹ ਆਪਣੇ ਪਿੰਡ ਤੋਂ ਕਦੀ ਬਾਹਰ ਹੀ ਨਹੀਂ ਗਿਆ, ਉਹ ਪਿੰਡ ਦੇ ਅੰਦਰ ਹੀ ਰਿਹਾ, ਉਸਨੇ ਕਦੀ ਬਾਹਰ ਜਾ ਕੇ ਨਹੀਂ ਵੇਖਿਆ। ਤੇ ਲੇਖਕ ਨੇ ਸੋਚਿਆ ਕਿ ਇਹ ਵਿਅਕਤੀ ਨਹੀਂ, ਇਸ ਨੂੰ ਤਾਂ ਸਮਝੋ ਕਿ ਇੱਕ ਸ਼ਰਾਪ ਮਿਲਿਆ ਹੋਇਆ ਹੈ, ਸ਼ਰਾਪ ਲੱਗਾ ਹੋਇਆ, ਸ਼ਰਾਪ ਮਿਲਿਆ ਬੰਦਾ ਹੈ ਜਿਹੜਾ ਕਿ ਆਪਣੇ ਪਿੰਡ ਤੋਂ 65 ਸਾਲ ਤੋਂ ਬਾਹਰ ਹੀ ਨਹੀਂ ਗਿਆ। ਸੋ ਇਸ ਤਰ੍ਹਾਂ ਦੇ ਲੇਖਕ ਦੇ ਜਿਹੜੇ ਵਿਚਾਰ ਨਹੀਂ ਸਨ, ਉਹ ਘੁੰਮਣ ਫਿਰਨ ਦਾ ਜਿਹੜਾ ਕਿ ਸ਼ੌਕੀਨ ਸੀ। ਲੇਖਕ ਨੇ ਇਸ ਵਿੱਚ ਇੱਕ ਬੋਧੀ ਲੇਖਕ ਹਿਊਨ ਸਾਂਗ ਦਾ ਵੀ ਜ਼ਿਕਰ ਕੀਤਾ ਹੈ। ਹਿਊਨ ਸਾਂਗ ਵਿਅਕਤੀ ਜਿਹੜਾ ਇੱਕ ਲੇਖਕ ਸੀ, ਉਹ 17 ਸਾਲ ਰੂਸ ਦੇਸ਼ ਵਿੱਚ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਹਿ ਕੇ ਫਿਰ ਉਹਨਾਂ ਨੂੰ ਛੱਡ ਕੇ ਆਪਣੀ ਘੁਮੱਕੜ ਰੁਚੀ ਕਾਰਨ ਹੀ ਭਾਰਤ ਆ ਗਿਆ ਸੀ, ਭਾਰਤ ਨੂੰ ਹੋਰ ਵੇਖਣ ਵਾਸਤੇ। ਸੋ ਲੇਖਕ ਜਿਹੜਾ ਹੈ ਕਿ ਇਹੋ ਜਿਹੇ ਲੇਖਕ, ਇਹੋ ਜਿਹੇ ਘੁਮੱਕੜ ਰੁਚੀ ਵਾਲੇ ਲੋਕਾਂ ਨੂੰ ਜਿਹੜਾ ਕਿ ਫੋਲੋ ਕਰਦਾ ਹੈ, ਉਹਨਾਂ ਦੇ ਰਸਤਿਆਂ ਤੇ ਚੱਲਣਾ ਪਸੰਦ ਕਰਦਾ ਹੈ। ਸੋ ਇਹ ਸੀ ਇੱਕ ਨਿਬੰਧ ਚੱਲ ਮੇਰੀ ਗਠੜੀ ਸ਼ਹਿਰੋ ਸ਼ਹਿਰ, ਕੁਲਬੀਰ ਸਿੰਘ ਕਾਂਗ ਦਾ ਲਿਖਿਆ ਹੋਇਆ। ਤੋ ਇਸ ਦੇ ਕੁਝ ਪ੍ਰਸ਼ਨ ਨੇ, ਉਹ ਵੀ ਨਾਲ ਕਰਵਾ ਰਹੀ ਹਾਂ। ਪਹਿਲਾ ਪ੍ਰਸ਼ਨ ਆਉਂਦਾ ਹੈ ਕਿ ਲੇਖਕ ਨੌਕਰੀ ਕਰਨ ਲਈ ਕਿੱਥੇ ਗਿਆ ਤੇ ਉਸਨੂੰ ਕੀ ਮਹਿਸੂਸ ਹੋਇਆ। ਲੇਖਕ ਜਿਹੜਾ ਨੌਕਰੀ ਕਰਨ ਲਈ ਪੰਜਾਬ ਦੇ ਇੱਕ ਇਤਿਹਾਸਿਕ ਕਸਬੇ ਵਿੱਚ ਗਿਆ, ਜਿਸ ਦੇ ਪੁਰਾਣੇ ਖੰਡਰਾਂ ਨੂੰ ਦੇਖ ਕੇ ਉਸਨੂੰ ਇੱਕ ਆਪਣਾਪਨ ਜਿਹਾ ਅਨੁਭਵ ਜਿਹੜਾ ਮਹਿਸੂਸ ਹੋਇਆ। ਫਿਰ ਅਗਲਾ ਕੁਐਸਚਨ ਆਉਂਦਾ ਹੈ ਕਿ ਲੇਖਕ ਨੇ ਆਪਣੀ ਜੀਵਨ ਵਿੱਚ ਕਿਹੜੀ ਜਗ੍ਹਾ ਦੀ ਯਾਤਰਾ ਕੀਤੀ ਸੀ। ਸੋ ਲੇਖਕ ਨੇ ਆਪਣੇ ਦੇਸ਼ ਦੇ ਬਹੁਤ ਸਾਰੇ ਕਸਬੇ, ਸ਼ਹਿਰਾਂ ਦੀ, ਪਹਾੜਾਂ ਦੇ, ਸਮੁੰਦਰਾਂ ਦੀ ਯਾਤਰਾ ਕੀਤੀ। ਜਿਹੜੀ ਜਗ੍ਹਾ ਦੇ ਨਾਮ ਆਇਆ ਉਹਨੂੰ ਭੁਵਨੇਸ਼ਵਰ ਤੇ ਪੁਰੀ ਦੇ ਮੰਦਰਾਂ ਦੇ ਉਸਨੇ ਸਪੈਸ਼ਲੀ ਜਿਹੜਾ ਕਿ ਇੱਥੇ ਨਾਮ ਦੱਸਿਆ ਹੈ। ਫਿਰ ਹੈ ਕਿ ਲੇਖਕ ਦੇ ਘਰ ਰਹਿਣ ਵਾਲੇ ਤੇ ਬਾਹਰ ਫਿਰਨ ਵਾਲੇ ਵਿਅਕਤੀ ਬਾਰੇ ਕੀ ਵਿਚਾਰ ਹਨ। ਸੋ ਲੇਖਕ ਕਹਿੰਦਾ ਕਿ ਘਰ ਰਹਿਣ ਵਾਲੇ ਵਿਅਕਤੀ ਖੜੇ ਪਾਣੀ ਦੇ ਸਮਾਨ ਹਨ, ਉਹ ਸਾਗਰਾਂ ਤੱਕ ਨਹੀਂ ਪਹੁੰਚ ਸਕਦੇ ਅਗਰ ਉਹ ਘੁੰਮਣ ਫਿਰਨਗੇ ਨਹੀਂ। ਔਰ ਜਿਹੜੇ ਵਿਅਕਤੀ ਘੁੰਮਦੇ ਫਿਰਦੇ ਰਹਿੰਦੇ ਹਨ, ਉਹ ਕੀ ਹੈ, ਚੱਲਦੇ ਪਾਣੀ ਦੇ ਸਮਾਨ ਹਨ। ਫਿਰ ਇਹਦੇ 'ਚ ਇੱਕ ਆਈ ਹੈ ਕਿ ਲੇਖਕ ਨੇ ਇਸ ਨਿਬੰਧ ਵਿੱਚ ਚੱਲ ਮੇਰੀ ਗਠੜੀ ਸ਼ਹਿਰੋ ਸ਼ਹਿਰ ਨਿਬੰਧ ਵਿੱਚ ਕਿਹੜੇ ਬਿਰਧ ਵਿਅਕਤੀ ਦੀ ਕਿਹੜੀ ਗੱਲ ਦੱਸੀ ਹੈ, ਬਜ਼ੁਰਗ ਵਿਅਕਤੀ ਦੀ ਕਿਹੜੀ ਗੱਲ ਦੱਸੀ ਹੈ। ਉਸਨੇ ਦੱਸਿਆ ਕਿ ਇੱਕ ਵਿਅਕਤੀ ਉਸਨੂੰ ਮਿਲਿਆ ਜੋ ਕਿ 65 ਸਾਲ ਤੋਂ ਕਦੀ ਵੀ ਆਪਣੇ ਪਿੰਡ ਤੋਂ ਬਾਹਰ ਗਿਆ ਹੀ ਨਹੀਂ ਸੀ। ਫਿਰ ਅਗਲਾ ਕੁਐਸਚਨ ਹੈ ਲੇਖਕ ਦੀ ਮਾਂ ਤੇ ਲੇਖਕ ਦੀ ਪਤਨੀ ਦੇ ਵਿਚਾਰ ਕੀ ਹਨ ਲੇਖਕ ਬਾਰੇ। ਲੇਖਕ ਦੀ ਮਾਂ ਤੇ ਪਤਨੀ ਸਮਝਦੀ ਹੈ ਕਿ ਲੇਖਕ ਨੇ ਜ਼ਿੰਦਗੀ ਵਿੱਚ ਕੁਝ ਵੀ ਖੱਟਿਆ ਨਹੀਂ, ਕੁਝ ਵੀ ਕਮਾਇਆ ਨਹੀਂ, ਕੁਝ ਵੀ ਤਰੱਕੀ ਜਾਂ ਤਰੱਕੀ ਨਹੀਂ ਕੀਤੀ, ਕਿਉਂਕਿ ਉਹ ਸਿਰਫ ਸਾਰੀ ਉਮਰ ਘੁੰਮਣ ਫਿਰਨ ਵਿੱਚ ਹੀ ਜਿਹੜਾ ਕੀ ਹੈ ਲੱਗਿਆ ਰਿਹਾ। ਔਰ ਉਸਦੇ ਨਾਲ ਦੇ ਜਿਹੜੇ ਨੇ ਉਹ ਪੜ੍ਹ ਲਿਖ ਕੇ ਬਹੁਤ ਅੱਗੇ ਤਰੱਕੀ ਜਿਹੜਾ ਕਰ ਚੁੱਕੇ ਹਨ। ਫਿਰ ਅਗਲਾ ਕੁਐਸਚਨ ਹੈ ਰਾਹੁਲ ਸੰਕਰਤਿਆਨ ਕੌਣ ਸੀ, ਉਹ ਰੂਸ ਵਿੱਚ ਕਿਹਨਾਂ ਨੂੰ ਛੱਡ ਕੇ ਚਲੇ ਗਿਆ ਸੀ। ਰਾਹੁਲ ਸੰਕਰਤਿਆਨ ਇੱਕ ਬੌਧੀ ਲੇਖਕ ਸੀ ਜਿਹੜਾ ਕਿ 17 ਸਾਲ ਆਪਣੀ ਪਤਨੀ ਤੇ ਬੱਚਿਆਂ ਨਾਲ ਰਹਿ ਕੇ ਭਾਰਤ ਵਿੱਚ ਆ ਗਿਆ ਸੀ, ਭਾਰਤ ਨੂੰ ਹੋਰ ਚੰਗੀ ਤਰ੍ਹਾਂ ਵੇਖਣ ਵਾਸਤੇ। ਚੱਲ ਮੇਰੀ ਗਠੜੀ ਸ਼ਹਿਰੋ ਸ਼ਹਿਰ ਲਿਖਿਆ ਕਿਸ ਦਾ ਹੋਇਆ ਹੈ, ਕੁਲਬੀਰ ਸਿੰਘ ਕਾਂਗ ਦਾ। ਲੇਖਕ ਨੇ ਕਿੰਨੇ ਸਾਲਾਂ ਤੋਂ ਵੱਖ-ਵੱਖ ਥਾਵਾਂ ਤੇ ਘੁੰਮਦਾ ਰਿਹਾ ਹੈ, 25 ਸਾਲ ਤੋਂ। ਇਹ ਸਾਰੇ ਛੋਟੇ ਪ੍ਰਸ਼ਨ ਉੱਤਰ ਵੀ ਨਾਲ ਵਿੱਚ ਆ ਰਹੇ ਹਨ। ਫਿਰ ਲੇਖਕ ਦੀ ਰੁਚੀ ਕਿਹੜੀ ਹੈ, ਘੁਮੱਕੜ ਰੁਚੀ, ਘੁੰਮਣ ਫਿਰਨ ਦਾ ਜਿਹੜਾ ਕਿ ਉਸਨੂੰ ਜਿਹੜਾ ਹੈ ਸ਼ੌਕ ਜ਼ਿਆਦਾ ਹੈ। ਸੋ ਇਹ ਸੀ ਨਿਬੰਧ ਚੱਲ ਮੇਰੀ ਗਠੜੀ ਸ਼ਹਿਰੋ ਸ਼ਹਿਰ। ਗਠੜੀ ਕਿਹਨੂੰ ਕਿਹਾ ਗਿਆ ਹੈ, ਆਪਣੇ ਸਰੀਰ ਨੂੰ, ਕਿ ਚੱਲ ਮੇਰੀ ਸਰੀਰ ਸ਼ਹਿਰੋ ਸ਼ਹਿਰ ਅਸੀਂ ਘੁੰਮਦੇ ਰਹੀਏ। ਸੋ ਉਮੀਦ ਕਰ ਰਹੀ ਹਾਂ ਤੁਹਾਨੂੰ ਇਹ ਜਿਹੜਾ ਨਿਬੰਧ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਗਈ ਹੈ ਕਮੈਂਟ ਬਾਕਸ ਵਿੱਚ ਲਿਖ ਸਕਦੇ ਹੋ, ਉਸ ਨੂੰ ਦੁਬਾਰਾ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਧੰਨਵਾਦ।